ਪਿਆਰੇ ਬੱਚਿਓ, ਸਮਾਜਿਕ ਸਿੱਖਿਆ ਦੀ ਰੋਜ਼ਾਨਾ ਅਸਾਈਨਮੈਂਟ ਵਿੱਚ ਅੱਜ ਆਪਾਂ ਜਾਤੀ ਪ੍ਰਥਾ ਨੂੰ ਚੁਣੌਤੀ ਇਹ ਪਾਠ ਪੜ੍ਹਨ ਜਾ ਰਹੇ ਹਾਂ। ਪਾਠ 18ਵਾਂ 8ਵੀਂ ਕਲਾਸ ਰੋਜ਼ਾਨਾ ਅਸਾਈਨਮੈਂਟ 8 ਅਕਤੂਬਰ। ਲਰਨਿੰਗ ਆਊਟਕਮਸ 1870 ਤੋਂ ਆਜ਼ਾਦੀ ਤੱਕ ਭਾਰਤੀ ਰਾਸ਼ਟਰੀ ਲਹਿਰ ਦੇ ਸਫ਼ਰ ਬਾਰੇ ਜਾਣਕਾਰੀ ਰੱਖਦਾ ਹੈ। ਲਰਨਿੰਗ ਆਊਟਕਮ ਦੇ ਵਿੱਚ ਬੱਚੇ ਤੁਸੀਂ ਇਹ ਯਾਦ ਰੱਖਣਾ ਆ ਵੀ ਜੋ ਉੱਪਰ ਆ ਲਾਈਨ ਲਿਖੀ ਆ ਲਾਲ ਰੰਗ ਦੇ ਵਿੱਚ, ਇਹਦਾ ਮਤਲਬ ਹੈ ਵੀ ਤੁਹਾਨੂੰ 1870 ਦੇ ਵਿੱਚ ਜੋ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਅੰਗਰੇਜ਼ਾਂ ਦੇ ਖਿਲਾਫ ਲਹਿਰ ਚੱਲੀ ਸੀ ਉਹਦੇ ਬਾਰੇ ਕੁਛ ਜਾਣਕਾਰੀ ਹੈਗੀ ਆ। ਰਿਗਵੇਦਿਕ ਕਾਲ ਵਿੱਚ ਸਮਾਜ ਵਿੱਚ ਜਾਤੀ ਪ੍ਰਥਾ ਪ੍ਰਚਲਿਤ ਨਹੀਂ ਸੀ। ਸਮਾਜ ਵੱਖ-ਵੱਖ ਧੰਦਿਆਂ ਦੇ ਆਧਾਰ 'ਤੇ 4 ਵਰਗਾਂ ਵਿੱਚ ਵੰਡਿਆ ਹੋਇਆ ਸੀ। ਇਹਨਾਂ 4 ਵਰਗਾਂ ਦੇ ਨਾਂ ਸਨ ਬ੍ਰਾਹਮਣ, ਛਤਰੀ, ਵੈਸ਼, ਸ਼ੂਦਰ। ਪਰ ਰਾਜਪੂਤ ਕਾਲ ਸਮੇਂ ਸਮਾਜ ਵਿੱਚ ਜਾਤੀ ਪ੍ਰਥਾ ਬਹੁਤ ਕਠੋਰ ਹੋ ਗਈ ਸੀ। ਉਸ ਸਮੇਂ ਸਮਾਜ ਨਾ ਕੇਵਲ 4 ਮੁੱਖ ਵਰਗਾਂ ਬ੍ਰਾਹਮਣ, ਛਤਰੀ, ਵੈਸ਼ ਅਤੇ ਸ਼ੂਦਰ ਸਗੋਂ ਕਈ ਹੋਰ ਜਾਤਾਂ ਅਤੇ ਉਪ ਜਾਤਾਂ ਵਿੱਚ ਵੀ ਵੰਡਿਆ ਹੋਇਆ ਸੀ। ਸਮਾਜ ਵਿੱਚ ਬ੍ਰਾਹਮਣਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ, ਜਦੋਂ ਕਿ ਸ਼ੂਦਰਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ। ਨੀਵੀਂ ਜਾਤ ਦੇ ਲੋਕਾਂ ਨੂੰ ਅਛੂਤ ਸਮਝਿਆ ਜਾਂਦਾ ਸੀ। ਅਜਿਹੇ ਉੱਚੀਆਂ ਜਾਤੀਆਂ ਦੇ ਲੋਕਾਂ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਉੱਤੇ ਕੀਤੇ ਜਾ ਰਹੇ ਅਤਿਆਚਾਰ ਨੂੰ ਖਤਮ ਕਰਨ ਲਈ ਅਨੇਕਾਂ ਜਾਤੀ ਸੁਧਾਰ ਅੰਦੋਲਨ ਸ਼ੁਰੂ ਹੋਏ। ਉਹਨਾਂ ਵਿੱਚੋਂ ਪ੍ਰਮੁੱਖ ਅੰਦੋਲਨਾਂ ਦੀ ਅਗਵਾਈ ਮਹਾਤਮਾ ਜੋਤੀਬਾ ਫੂਲੇ, ਵੀਰ ਸਲਿੰਗਮ, ਸ਼੍ਰੀ ਨਾਰਾਇਣ ਗੁਰੂ, ਪਰਿਆਰ ਰਾਮਾ ਸਵਾਮੀ, ਡਾਕਟਰ ਭੀਮ ਰਾਓ ਅੰਬੇਦਕਰ ਅਤੇ ਮਹਾਤਮਾ ਗਾਂਧੀ ਆਦਿ ਮਹਾਨ ਆਗੂਆਂ ਦੁਆਰਾ ਕੀਤੀ ਗਈ। ਮਹਾਤਮਾ ਜੋਤੀਬਾ ਫੂਲੇ ਆਪ ਮਹਾਰਾਸ਼ਟਰ ਦੇ ਇੱਕ ਮਹਾਨ ਸਮਾਜ ਸੁਧਾਰਕ ਸਨ। ਆਪ ਨੇ ਨੀਵੀਂ ਜਾਤੀ ਦੀਆਂ ਲੜਕੀਆਂ ਦੀ ਪੜ੍ਹਾਈ ਲਈ ਪੂਨੇ ਵਿੱਚ 3 ਸਕੂਲ ਖੋਲ੍ਹੇ। ਇਹਨਾਂ ਸਕੂਲਾਂ ਵਿੱਚ ਆਪ ਜੀ ਦੀ ਪਤਨੀ ਸਵਿਤਰੀ ਬਾਈ ਜੀ ਆਪ ਪੜ੍ਹਾਉਂਦੇ ਸਨ। ਆਪ ਜੀ ਨੇ 24 ਸਤੰਬਰ 1873 ਈਸਵੀ ਨੂੰ ਸੱਤਿਆ ਸੋਧਕ ਸਮਾਜ ਨਾਂ ਦੀ ਸੰਸਥਾ ਸਥਾਪਿਤ ਕੀਤੀ। ਇਸ ਸੰਸਥਾ ਨੇ ਨੀਵੀਂ ਜਾਤੀਆਂ ਦੇ ਲੋਕਾਂ ਦੀ ਸਮਾਜਿਕ ਗੁਲਾਮੀ ਦੀ ਨਿੰਦਾ ਕੀਤੀ। ਆਪ ਜੀ ਦੁਆਰਾ ਨੀਵੀਆਂ ਜਾਤੀਆਂ ਦੇ ਲੋਕਾਂ ਦੀ ਹਾਲਤ ਸੁਧਾਰਨ ਸੰਬੰਧੀ ਕੀਤੇ ਗਏ ਕਾਰਜਾਂ ਲਈ ਆਪ ਨੂੰ ਮਹਾਤਮਾ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਸੋ ਬੱਚੋ, ਪਿੱਛੇ ਆਪਾਂ ਪੜ੍ਹ ਲਿਆ ਜਾਤੀ ਪ੍ਰਥਾ। ਜਾਤੀ ਪ੍ਰਥਾ ਕੀ ਹੁੰਦਾ ਵੀ ਸਮਾਜ ਨੂੰ ਉੱਚੀਆਂ ਨੀਵੀਆਂ ਜਾਤਾਂ ਵਿੱਚ ਵੰਡਿਆ ਗਿਆ ਸੀਗਾ ਅਤੇ ਨੀਵੀਂ ਜਾਤ ਦੇ ਲੋਕਾਂ ਦੇ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ। ਤਾਂ ਬਹੁਤ ਸਾਰੇ ਸਮਾਜ ਸੁਧਾਰਕ ਹੋਏ ਜਿਨ੍ਹਾਂ ਦੇ ਨਾਂ ਆਪਾਂ ਪਿੱਛੇ ਪੜ੍ਹ ਲਏ ਆ। ਉਹਨਾਂ ਨੇ ਬਹੁਤ ਯਤਨ ਕੀਤੇ ਤਾਂ ਕਿ ਇਸ ਵਿਤਕਰੇ ਨੂੰ, ਇਸ ਨਾ ਬਰਾਬਰੀ ਨੂੰ ਠੀਕ ਕਰਕੇ ਸਮਾਜ ਨੂੰ ਬਰਾਬਰ ਦੇ ਮਾਹੌਲ 'ਤੇ ਲਿਆਇਆ ਜਾਵੇ, ਜਿਨ੍ਹਾਂ ਦੇ ਵਿੱਚ ਜੋਤੀਬਾ ਫੂਲੇ ਬਾਰੇ ਅੱਜ ਆਪਾਂ ਪੜ੍ਹਿਆ ਆ। ਹੁਣ ਅੱਗੇ ਪ੍ਰਸ਼ਨ ਕਰਦੇ ਹਾਂ। ਸਮਾਜ ਸੁਧਾਰਕਾਂ ਨੇ ਜਾਤੀ ਪ੍ਰਥਾ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ? ਸਮਾਜ ਵਿੱਚ ਬ੍ਰਾਹਮਣਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ, ਜਦੋਂ ਕਿ ਸ਼ੂਦਰਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ। ਨੀਵੀਂ ਜਾਤੀ ਦੇ ਲੋਕਾਂ ਨੂੰ ਅਛੂਤ ਸਮਝਿਆ ਜਾਂਦਾ ਸੀ। ਅਜਿਹੇ ਉੱਚੀਆਂ ਜਾਤੀਆਂ ਦੇ ਲੋਕਾਂ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਉੱਤੇ ਕੀਤੇ ਜਾ ਰਹੇ ਅਤਿਆਚਾਰਾਂ ਨੂੰ ਖਤਮ ਕਰਨ ਲਈ ਅਨੇਕਾਂ ਜਾਤੀ ਸੁਧਾਰ ਅੰਦੋਲਨ ਸ਼ੁਰੂ ਹੋਏ। ਇਸ ਕਰਕੇ ਜਿਹੜਾ ਸਮਾਜ ਸੁਧਾਰਕਾਂ ਨੇ ਇਸ ਚੀਜ਼ ਨੂੰ ਨਿਸ਼ਾਨੇ 'ਤੇ ਬਣਾਇਆ ਕਿ ਸਮਾਜ ਦੇ ਵਿੱਚ ਸਾਰੇ ਲੋਕਾਂ ਦੀ ਬਰਾਬਰੀ ਜ਼ਰੂਰ ਹੋਣੀ ਚਾਹੀਦੀ ਆ। ਜੋਤੀਬਾ ਫੂਲੇ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕਿਹੜੇ ਕੰਮ ਕੀਤੇ? ਆਪ ਮਹਾਰਾਸ਼ਟਰ ਦੇ ਇੱਕ ਮਹਾਨ ਸਮਾਜ ਸੁਧਾਰਕ ਸਨ। ਆਪ ਨੇ ਨੀਵੀਂ ਜਾਤੀ ਦੀਆਂ ਲੜਕੀਆਂ ਦੀ ਪੜ੍ਹਾਈ ਲਈ ਪੂਨੇ ਵਿੱਚ 3 ਸਕੂਲ ਖੋਲ੍ਹੇ। ਇਹਨਾਂ ਸਕੂਲਾਂ ਵਿੱਚ ਆਪ ਜੀ ਦੀ ਪਤਨੀ ਸਵਿਤਰੀ ਬਾਈ ਜੀ ਆਪ ਪੜ੍ਹਾਉਂਦੇ ਸਨ। ਆਪ ਜੀ ਨੇ 24 ਸਤੰਬਰ 1873 ਈਸਵੀ ਨੂੰ ਸੱਤਿਆ ਸੋਧਕ ਸਮਾਜ ਨਾਂ ਦੀ ਸੰਸਥਾ ਸਥਾਪਿਤ ਕੀਤੀ। ਇਸ ਸੰਸਥਾ ਨੇ ਨੀਵੀਂ ਜਾਤੀਆਂ ਦੇ ਲੋਕਾਂ ਦੀ ਸਮਾਜਿਕ ਗੁਲਾਮੀ ਦੀ ਨਿੰਦਾ ਕੀਤੀ। ਜੋਤੀਬਾ ਫੂਲੇ ਨੂੰ ਕਿਸ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ? ਆਪ ਜੀ ਦੁਆਰਾ ਨੀਵੀਂ ਜਾਤੀਆਂ ਦੇ ਲੋਕਾਂ ਦੀ ਹਾਲਤ ਸੁਧਾਰਨ ਸੰਬੰਧੀ ਕੀਤੇ ਗਏ ਕਾਰਜਾਂ ਲਈ ਆਪ ਨੂੰ ਮਹਾਤਮਾ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।
ਡੈਸ਼ ਕਾਲ ਵਿੱਚ ਸਮਾਜ ਵਿੱਚ ਜਾਤੀ ਪ੍ਰਥਾ ਪ੍ਰਚਲਿਤ ਨਹੀਂ ਸੀ। ਰਿਗ ਵੈਦਿਕ ਕਾਲ ਦੇ ਵਿੱਚ ਕੋਈ ਜਾਤੀ ਪ੍ਰਥਾ ਨਹੀਂ ਸੀ। ਉਸ ਤੋਂ ਬਾਅਦ ਜਦੋਂ ਰਾਜਪੂਤ ਕਾਲ ਸ਼ੁਰੂ ਹੋਇਆ ਉਸ ਵੇਲੇ ਜਾਤੀ ਪ੍ਰਥਾ ਫੈਲਣੀ ਸ਼ੁਰੂ ਹੋਈ। ਦੂਜਾ ਆ ਰਾਜਪੂਤ ਕਾਲ ਸਮੇਂ ਸਮਾਜ ਵਿੱਚ ਡੈਸ਼ ਬਹੁਤ ਕਠੋਰ ਹੋ ਗਈ ਸੀ। ਕੀ ਕਠੋਰ ਹੋ ਗਈ ਸੀ? ਜਾਤੀ ਪ੍ਰਥਾ। ਲੋਕ ਜਾਤਾਂ ਉਪਜਾਤਾਂ ਨੂੰ ਮੰਨਣ ਲੱਗ ਪਏ ਸਨ। ਮਹਾਤਮਾ ਜੋਤੀਬਾ ਫੂਲੇ ਦੀ ਪਤਨੀ ਦਾ ਨਾਂ ਸਾਵਿਤਰੀ ਬਾਈ ਸੀ। ਸਹੀ ਜਾਂ ਗਲਤ? ਜੋਤੀਬਾ ਫੂਲੇ ਨੂੰ ਮਹਾਤਮਾ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਸਹੀ ਹੈ। 24 ਸਤੰਬਰ 1873 ਈਸਵੀ ਨੂੰ ਸੱਤਿਆ ਸੋਧਕ ਸਮਾਜ ਨਾਂ ਦੀ ਸੰਸਥਾ ਸਥਾਪਿਤ ਕੀਤੀ। ਇਹ ਵੀ ਸਹੀ ਹੈ। ਦੁਹਰਾਈ ਲਈ 3 ਪ੍ਰਸ਼ਨ ਦਿੱਤੇ ਗਏ ਆ। ਜੋ ਪਾਠ ਅਸੀਂ ਪਹਿਲਾਂ ਕਰ ਚੁੱਕੇ ਹਾਂ ਉਹਨਾਂ ਦੀ ਦੁਹਰਾਈ ਦੇ ਵਿੱਚ ਰੋਜ਼ ਹੁਣ ਪ੍ਰਸ਼ਨ ਆਉਂਦੇ ਆ। ਸੋ ਅੱਗੇ ਆਪਾਂ ਕਰਦੇ ਹਾਂ ਪ੍ਰਸ਼ਨ। ਮਿੱਟੀ ਦੀਆਂ ਕਿਸਮਾਂ ਦੱਸਦੇ ਹੋਏ ਜਲੋੜ ਮਿੱਟੀ ਦੀ ਮਹੱਤਤਾ ਬਾਰੇ ਦੱਸਣਾ। ਮਿੱਟੀ ਦੀਆਂ ਕਿਸਮਾਂ ਕਿਹੜੀਆਂ? ਜਲੋੜ ਮਿੱਟੀ, ਕਾਲੀ ਮਿੱਟੀ, ਲਾਲ ਮਿੱਟੀ, ਲੈਟਰਾਈਟ ਮਿੱਟੀ, ਜੰਗਲੀ ਅਤੇ ਪਰਬਤੀ ਮਿੱਟੀ, ਮਾਰੂਥਲੀ ਮਿੱਟੀ, ਦਲਦਲੀ ਮਿੱਟੀ, ਨਮਕ ਅਤੇ ਖਾਰ ਵਾਲੀ ਮਿੱਟੀ, ਤਰਾਈ ਮਿੱਟੀ। ਇਹ ਮਿੱਟੀ ਦੀਆਂ ਕਿਸਮਾਂ ਆ। ਅੱਗੇ ਆਪਾਂ ਜਲੋੜ ਮਿੱਟੀ ਬਾਰੇ ਪੜ੍ਹਦੇ ਹਾਂ। ਜਲੋੜ ਮਿੱਟੀ ਸਾਡੀ ਖੇਤੀਬਾੜੀ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ। ਇਹ ਮਿੱਟੀ ਨਦੀਆਂ ਅਤੇ ਦਰਿਆਵਾਂ ਦੇ ਪਾਣੀ ਦੁਆਰਾ ਲਿਆਂਦੇ ਕੇ ਜਮ੍ਹਾਂ ਕੀਤੀ ਹੋਈ ਮਿੱਟੀ ਹੈ। ਸਮੁੰਦਰੀ ਤੱਟ ਦੇ ਨਾਲ ਨਾਲ ਸਮੁੰਦਰੀ ਲਹਿਰਾਂ ਵੀ ਇਸ ਤਰ੍ਹਾਂ ਦੀ ਮਿੱਟੀ ਦਾ ਜਮਾਵ ਕਰਦੀਆਂ ਹਨ। ਜਦੋਂ ਹੜ੍ਹ ਆਉਂਦੇ ਹਨ ਤਾਂ ਪਾਣੀ ਵਿੱਚ ਘੁਲੇ ਹੋਏ ਮਿੱਟੀ ਦੇ ਛੋਟੇ ਛੋਟੇ ਕਣ ਧਰਤੀ ਦੀ ਸਤਹ 'ਤੇ ਜੰਮ ਜਾਂਦੇ ਹਨ। ਇਹ ਬਾਰੀਕ ਕਣ ਮਿੱਟੀ ਨੂੰ ਬਹੁਤ ਉਪਜਾਊ ਬਣਾ ਦਿੰਦੇ ਹਨ। ਜਲੋੜ ਮਿੱਟੀ ਦੇ ਬਣੇ ਹੋਏ ਮੈਦਾਨ ਖੇਤੀਬਾੜੀ ਦੇ ਪੱਖ ਤੋਂ ਬਹੁਤ ਹੀ ਮਹੱਤਵਪੂਰਨ ਮੰਨੇ ਜਾਂਦੇ ਹਨ। ਪਲਾਸੀ ਦੀ ਲੜਾਈ। ਪਲਾਸੀ ਨਾਮਕ ਸਥਾਨ ਉੱਤੇ 23 ਜੂਨ 1757 ਈਸਵੀ ਨੂੰ ਸਿਰਾਜੂਦੌਲਾ ਅਤੇ ਅੰਗਰੇਜ਼ਾਂ ਦੀਆਂ ਸੈਨਾਵਾਂ ਵਿੱਚ ਲੜੀ ਗਈ। ਰਾਬਰਟ ਕਲਾਈਵ ਨੇ ਅੰਗਰੇਜ਼ੀ ਸੈਨਾ ਦੀ ਅਗਵਾਈ ਕੀਤੀ। ਮੀਰ ਜਾਫਰ ਅਤੇ ਰਾਏ ਦੁਰਲੱਭ, ਜੋ ਨਵਾਬ ਦੀ ਸੈਨਾ ਦੇ ਵੱਡੇ ਹਿੱਸੇ ਦੀ ਅਗਵਾਈ ਕਰ ਰਹੇ ਸਨ, ਨੇ ਲੜਾਈ ਵਿੱਚ ਹਿੱਸਾ ਨਾ ਲਿਆ। ਇਹਨਾਂ ਦੇਸ਼ ਦਰੋਹੀਆਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਨਵਾਬ ਵਿਰੁੱਧ ਗੱਠਜੋੜ ਕੀਤਾ ਹੋਇਆ ਸੀ। ਨਵਾਬ ਨੇ ਆਪਣੀ ਫੌਜ ਸਮੇਤ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ, ਪਰੰਤੂ ਅੰਤ ਵਿੱਚ ਹਾਰ ਗਿਆ। ਅੰਗਰੇਜ਼ਾਂ ਨੇ ਉਸ ਨੂੰ ਕੈਦੀ ਬਣਾ ਲਿਆ ਅਤੇ ਬਾਅਦ ਵਿੱਚ ਉਸ ਨੂੰ ਮਾਰ ਦਿੱਤਾ। ਕਲਾਈਵ ਨੇ ਹੁਣ ਮੀਰ ਜਾਫਰ ਨੂੰ ਬੰਗਾਲ ਦੀ ਰਾਜਗੱਦੀ ਉੱਤੇ ਬਿਠਾ ਦਿੱਤਾ। ਉਹ ਅੰਗਰੇਜ਼ਾਂ ਦੇ ਹੱਥਾਂ ਦੀ ਇੱਕ ਕਠਪੁਤਲੀ ਮਾਤਰ ਸੀ। ਰਾਜ ਦੀ ਵਾਸਤਵਿਕ ਸ਼ਕਤੀ ਅੰਗਰੇਜ਼ੀ ਗਵਰਨਰ ਕਲਾਈਵ ਦੇ ਹੱਥ ਵਿੱਚ ਸੀ। ਇਹ ਸੀ ਪਲਾਸੀ ਦੀ ਲੜਾਈ। ਨਿਆਂ ਤੋਂ ਕੀ ਭਾਵ ਹੈ? ਇਸ ਆਦਰਸ਼ ਨੂੰ ਕਿਵੇਂ ਲਾਗੂ ਕੀਤਾ ਗਿਆ ਹੈ? ਨਿਆਂ ਤੋਂ ਭਾਵ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਖੇਤਰ ਵਿੱਚ ਸਮਾਨ ਅਵਸਰ ਦੇਣਾ ਹੈ। ਨਿਆਂ ਦੇ ਆਦਰਸ਼ ਨੂੰ ਹੇਠ ਲਿਖੇ ਢੰਗਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ। ਸੰਵਿਧਾਨ ਦੇ 3 ਭਾਗ ਵਿੱਚ ਧਰਮ, ਨਸਲ, ਰੰਗ ਆਦਿ ਦੇ ਆਧਾਰ 'ਤੇ ਵਿਤਕਰੇ ਦੀ ਮਨਾਹੀ ਕੀਤੀ ਗਈ ਹੈ। ਸੰਵਿਧਾਨ ਦੇ 3 ਭਾਗ ਵਿੱਚ ਹੀ ਮੌਲਿਕ ਅਧਿਕਾਰਾਂ ਦੁਆਰਾ ਵੀ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਨਿਆਂ ਦੀ ਪ੍ਰਾਪਤੀ ਲਈ ਸਾਰੇ ਨਾਗਰਿਕਾਂ ਨੂੰ ਅਵਸਰ ਦੀ ਸਮਾਨਤਾ ਪ੍ਰਦਾਨ ਕੀਤੀ ਗਈ ਹੈ। ਇਹਨਾਂ ਸਮਾਨਤਾ ਨੂੰ ਲਾਗੂ ਕਰਨ ਲਈ ਕਾਨੂੰਨ ਬਣਾਏ ਗਏ ਹਨ ਅਤੇ ਉਲੰਘਣਾ ਕਰਨ 'ਤੇ ਸਜ਼ਾ ਮਿਲਦੀ ਹੈ। ਸੋ ਇਹ ਸੀ ਨਿਆਂ ਦੇ ਬਾਰੇ। ਨਿਆਂ ਦਾ ਭਾਵ ਹੈ ਵੀ ਸਾਰੇ ਲੋਕਾਂ ਨੂੰ ਬਰਾਬਰ ਮੌਕੇ ਦੇਣਾ, ਭਾਵੇਂ ਉਹ ਸਮਾਜ ਦੇ ਵਿੱਚ ਹੋਵੇ, ਭਾਵੇਂ ਉਹ ਆਰਥਿਕ ਖੇਤਰ ਵਿੱਚ। ਆਰਥਿਕ ਖੇਤਰ ਮਤਲਬ ਕੰਮ ਧੰਦੇ ਦੇ ਖੇਤਰ ਜਿੱਥੋਂ ਤੁਹਾਨੂੰ ਪੈਸੇ ਆਉਣੇ ਆ। ਰਾਜਨੀਤਿਕ ਖੇਤਰ ਦੇ ਵਿੱਚ ਤੁਸੀਂ ਕਿਸੇ ਚੋਣ ਦੇ ਵਿੱਚ ਲੜਨਾ ਆ ਜਾਂ ਵੋਟਾਂ ਪਾਉਣੀਆਂ ਆ। ਇਹ ਸਾਰਾ ਕੁਛ ਜਿਹੜਾ ਆ ਰਾਜਨੀਤਿਕ ਖੇਤਰ 'ਚ ਆਉਂਦਾ। ਅਤੇ ਇਹਨਾਂ ਤਿੰਨੇ ਖੇਤਰਾਂ ਵਿੱਚ ਸਾਰੇ ਨਾਗਰਿਕ ਸਮਾਨ ਹਨ ਅਤੇ ਉਹਨਾਂ ਨੂੰ ਸਮਾਨ ਮੌਕੇ ਮਿਲਦੇ ਹਨ। ਇਹ ਨਿਆਂ ਹੈ। ਸੋ ਇਹ ਸੀ ਅੱਜ ਦੀ ਸਾਡੀ ਡੇਲੀ ਡੋਜ਼। ਅਤੇ ਬੱਚਿਓ, ਸਾਰੇ ਪ੍ਰਸ਼ਨ ਕਾਪੀ 'ਤੇ ਨੋਟ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਯਾਦ ਕਰਨ ਦੇ ਵਿੱਚ ਮੁਸ਼ਕਲ ਨਾ ਆਵੇ। ਧੰਨਵਾਦ।